किताब विपरण की रीत तो सच दा मार्ग भाग चौथा। लेखक सरदार गुरबख्श सिंह काला अफगाना। दूजे कांड दा तीजा भाग थित वार अते महूरत। वाहिगुरू जी का खालसा वाहिगुरू जी की फतेह। थित्तां वारां ਮਹੂਰਤਾਂ ਦੇ ਚੰਗੇ ਜਾਂ ਮਾੜੇ ਹੋਣ ਦਾ ਭਰਮ ਵੀ ਬ੍ਰਾਹਮਣੀ ਲੁੱਟ ਨੀਤੀ ਦੀ ਹੀ ਉਪਜ ਹੈ। ਅਜਿਹੇ ਭਰਮਾਂ ਨੂੰ ਪੱਕਾ ਕਰਨ ਵਾਸਤੇ ਅਥਵਾ ਧਰਮ ਦਾ ਹੀ ਅੰਗ ਬਣਾ ਦੇਣ ਲਈ ਬ੍ਰਾਹਮਣ ਨੇ ਸੌਣ ਸ਼ਾਸਤਰ ਆਦਿ ਧਰਮ ਗ੍ਰੰਥਾਂ ਦੀ ਵਰਤੋਂ ਕੀਤੀ। ਬੱਚੇ ਦੇ ਜਨਮ ਲੈਣ ਦੇ ਸਮੇਂ ਤੋਂ ਅਥਵਾ ਮਹੂਰਤ ਤੋਂ ਆਰੰਭ ਹੋ ਕੇ ਮੁੰਡਨ ਸੰਸਕਾਰ, ਜਨੇਊ ਸੰਸਕਾਰ ਆਦਿ ਦੇ ਮਹੂਰਤਾਂ ਦੀ ਵਿਚਾਰ, ਫਿਰ ਕੁੜਮਾਈ ਕਰਨ ਜਾਣ ਦੇ ਮਹੂਰਤ, ਵਿਆਹ ਵਾਸਤੇ ਸ਼ੁਭ ਮਹੂਰਤਾਂ ਦੀ ਭਾਲ, ਕਿਸੇ ਲਾਭਦਾਇਕ ਕਿੱਤੇ ਦਾ ਆਰੰਭ ਕਰਨ ਲਈ, ਕਿਸੇ ਮਕਾਨ ਆਦਿਕ ਦਾ ਨੀਂਹ ਪੱਥਰ ਰੱਖਣ ਲਈ, ਗੱਲ ਕਿ ਕਿਸੇ ਵੀ ਜ਼ਰੂਰੀ ਕੰਮ ਦੇ ਆਰੰਭ ਕਰਨ ਤੋਂ ਪਹਿਲਾਂ ਸਾਰੀ ਜਨਤਾ ਬ੍ਰਾਹਮਣ ਦੀ ਅਥਵਾ ਉਸ ਦੀ ਪੱਤਰੀ ਦੀ ਮੁਥਾਜ ਬਣ ਗਈ। ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਬ੍ਰਾਹਮਣ ਦੇ ਘਰ ਫੇਰੇ ਮਾਰਨੇ ਲੋਕਾਂ ਲਈ ਜ਼ਰੂਰੀ ਬਣ ਗਏ। ਭਰਮ ਦੇ ਇਸ ਭੂਤ ਪੱਖ ਨੇ ਵੀ ਬ੍ਰਾਹਮਣ ਦੇ ਘਰ ਰੌਣਕਾਂ ਵਧਾਉਣ ਵਿੱਚ ਤਕੜਾ ਹਿੱਸਾ ਪਾਇਆ। ਚੰਦਰਮੇ ਦੇ ਵਧਾ ਘਟਾ ਦੇ ਹਿਸਾਬ ਨਾਲ ਮੱਸਿਆ, ਪੁੰਨਿਆ ਅਤੇ ਹੋਰ ਥਿੱਤਾਂ ਆਦਿ ਵਾਲੇ ਦਿਨ ਇਸ਼ਨਾਨ ਦਾਨ ਕਰਨ ਦੀ ਮਰਜ਼ਾਦਾ ਬੰਨੀ। 7 ਵਾਰਾਂ ਨੂੰ ਸ਼ੁਭ ਅਤੇ ਅਸ਼ੁਭ ਹੋਣ ਦੇ ਭਰਮਾਂ ਨਾਲ ਵੰਡ ਕੇ ਉਹਨਾਂ ਦਿਨਾਂ ਵਿੱਚ ਖਾਸ ਢੰਗ ਦਾ ਦਾਨ ਪੁੰਨ ਕਰਨਾ ਧਰਮ ਦਾ ਅੰਗ ਬਣਾਇਆ। ਸੂਰਜ ਦੀ ਚਾਲ ਤੋਂ ਚੰਦਰਮਾ ਦੇ ਦਿਨ ਦੀ ਮਹੱਤਤਾ ਦੱਸ ਕੇ ਉਸ ਦਿਨ ਕੀਤੇ ਹੋਏ ਇਸ਼ਨਾਨ ਦਾਨ ਨੂੰ ਕਲਿਆਣਕਾਰੀ ਹੋਣ ਦਾ ਭਰਮ ਪੱਕਾ ਕੀਤਾ। ਚੰਦ ਅਤੇ ਸੂਰਜ ਗ੍ਰਹਿਣਾਂ ਵਾਲੇ ਦਿਨ ਦੇ ਦਾਨ ਪੁੰਨ ਅਤੇ ਤੀਰਥ ਇਸ਼ਨਾਨ ਨੂੰ ਪਾਪਾਂ ਦੇ ਨਾਸ਼ ਕਰਨ ਵਾਲਾ ਅਥਵਾ ਸਵਰਗ ਲੋਕਾਂ ਨੂੰ ਜਾਣ ਵਾਲੀ ਸੜਕ ਸਾਫ਼ ਕਰ ਦੇਣ ਵਾਲਾ ਦੱਸਿਆ ਗਿਆ। ਇਸ ਚਮਤਕਾਰੀ ਢੰਗ ਨਾਲ ਤੀਰਥਾਂ 'ਤੇ ਡੇਰੇ ਲਾਈ ਬੈਠੇ ਬ੍ਰਾਹਮਣ ਕੋਲ ਧੜਾ ਧੜ ਮਾਇਆ ਪੁੱਜਣੀ ਆਰੰਭ ਹੋ ਗਈ। ਜਨਤਾ ਨੂੰ ਬ੍ਰਾਹਮਣ ਦੀ ਇਸ ਘਿਣਾਵਣੀ ਲੁੱਟ ਤੋਂ ਬਚਾ ਸਕਣ ਦੇ ਯਤਨਾਂ ਵਿੱਚ ਗੁਰਦੇਵ ਜੀ ਭਾਰਤ ਦੇ ਲਗਭਗ ਸਾਰੇ ਤੀਰਥਾਂ 'ਤੇ ਪੁੱਜੇ ਅਤੇ ਉੱਥੇ ਜੁੜੇ ਲੋਕਾਂ ਨੂੰ ਸੱਚ ਦਾ ਗਿਆਨ ਕਰਾਇਆ ਅਤੇ ਬ੍ਰਾਹਮਣਾਂ ਨੂੰ ਵੀ ਠੱਗੀ ਮਾਰਨ ਤੋਂ ਵਰਜਣ ਦੇ ਭਰਪੂਰ ਯਤਨ ਕੀਤੇ। ਮਨੁੱਖਤਾ ਨੂੰ ਸਦੀਵੀ ਸੇਧ ਦੇਣ ਵਾਲੀ ਗੁਰਬਾਣੀ ਰਚ ਕੇ ਥਿੱਤਾਂ ਵਾਰਾਂ ਨੂੰ ਨਰੋਲ ਭਰਮ ਜਾਲ ਹੋਣ ਦਾ ਗਿਆਨ ਬਖਸ਼ਿਸ਼ ਕੀਤਾ। ਆਓ ਉਸ ਰੱਬੀ ਬਾਣੀ ਵਿੱਚ ਵਿਚਾਰ ਕੇ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਕਿ ਕੀ ਅਸੀਂ ਗੁਰੂ ਦੀ ਕਿਸੇ ਇੱਕ ਸਿੱਖਿਆ 'ਤੇ ਤੁਰਨ ਦੀ ਵੀ ਕਦੇ ਪ੍ਰਵਾਹ ਕੀਤੀ ਹੈ। ਆਓ ਨਿਰਣਾ ਕਰੀਏ ਕਿ ਕੀ ਅਸੀਂ ਆਪਣੇ ਗੁਰੂ ਦੇ ਹੀ ਸਿੱਖ ਹਾਂ ਜਾਂ ਬ੍ਰਾਹਮਣ ਦੇ ਚੇਲੇ ਬਣ ਚੁੱਕੇ ਹਾਂ। ਗੁਰਸਿੱਖ ਜਿਸ ਮਹਾਨ ਬਾਣੀ ਜਪ ਦਾ ਸਵੇਰੇ ਪਾਠ ਕਰਨ ਦਾ ਨਿਤਨੇਮੀ ਹੈ, ਉਸ ਦੀ 21ਵੀਂ ਪੌੜੀ ਤੋਂ ਇਉਂ ਅਨੁਭਵ ਹੁੰਦਾ ਹੈ ਜਿਵੇਂ ਗੁਰਦੇਵ ਜੀ ਨੇ ਜੋਗੀ ਦੇ ਭੇਖ ਵਾਲੇ ਬ੍ਰਾਹਮਣ ਤੋਂ ਇਹ ਪੁੱਛਿਆ ਹੋਵੇ ਕਿ ਹੇ ਭਾਈ, ਕਿਸੇ ਕਾਰਜ ਦੇ ਆਰੰਭ ਕਰਨ ਤੋਂ ਪਹਿਲਾਂ ਤੂੰ ਲੋਕਾਂ ਨੂੰ ਸ਼ੁਭ ਅਤੇ ਅਸ਼ੁਭ ਥਿੱਤਾਂ ਵਾਰਾਂ ਦੇ ਹਿਸਾਬ ਤਾਂ ਦੱਸਦਾ ਹੈ, ਪਰ ਤੂੰ ਇਹ ਕਿਉਂ ਨਹੀਂ ਦੱਸਦਾ ਕਿ ਸੰਸਾਰ ਰਚਨਾ ਦੇ ਏਡੇ ਵੱਡੇ ਅਤੇ ਜ਼ਰੂਰੀ ਕਾਰਜ ਲਈ ਕਿਹੜਾ ਵੇਲਾ, ਵਕਤ, ਥਿੱਤ ਵਾਰ, ਮਹੀਨਾ ਅਤੇ ਕਿਹੜੀ ਰੁੱਤ ਆਦਿ ਵਿਚਾਰੀ ਗਈ ਸੀ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿੱਤ ਕਵਣ ਵਾਰ, ਕਵਣ ਸੇ ਰੁੱਤੀ ਮਹਾ ਕਵਣ, ਜਿਤ ਹੋਵਾ ਆਕਾਰ। ਜਪਜੀ ਸਾਹਿਬ। ਜਿਸ ਜੋਗੀ ਰੂਪ ਬ੍ਰਾਹਮਣ ਨੇ ਬਹੁ ਰੰਗੀ ਮਾਇਆ ਦੀ ਲੁੱਟ ਮਚਾਉਣ ਲਈ ਫੋਕੇ ਪਰਪੰਚ ਰਚਾ ਕੇ ਲੋਕਾਂ ਨੂੰ ਭਰਮਾਉਣਾ ਆਪਣਾ ਧਰਮ ਬਣਾਇਆ ਹੋਇਆ ਸੀ, ਉਸ ਨੂੰ ਸੰਸਾਰ ਰਚਨਾ ਦੇ ਰੱਬੀ ਭੇਦ ਦਾ ਪਤਾ ਕਿਵੇਂ ਹੋ ਸਕਦਾ ਹੈ। ਥਿੱਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਜਪਜੀ ਸਾਹਿਬ। ਖਾਸ ਥਿੱਤਾਂ ਵਾਰਾਂ ਨੂੰ ਪਵਿੱਤਰ ਅਥਵਾ ਫਲ ਦੇਣ ਵਾਲੇ ਹੋਣੇ ਮੰਨਣ ਦੇ ਭਰਮ ਵਿੱਚੋਂ ਖਲਾਸੀ ਦਿਵਾਉਣ ਵਾਲੇ ਹੋਰ ਗੁਰੂ ਉਪਦੇਸ਼ ਦੀ ਵਿਚਾਰ ਨਾਲ ਜੁੜੀਏ। ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਭ ਆਵੇਂ ਜਾਹੇ, ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ, ਥਿੱਤੀ ਵਾਰ ਤਾਂ ਜਾਂ ਸੱਚ ਰਾਤੇ, ਬਿਨ ਨਾਵੇਂ ਸਭ ਭਰਮੇ ਕਾਚੇ।
ਮਾਨਮੁਖ ਮਰੇ ਮਰ ਬਿਗਤੀ ਜਾਹੇ, ਏਕ ਨ ਚੇਤੈ ਦੂਜੇ ਲੋਭਾਏ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸ਼ਬਦੇ ਕਿਉ ਪਾਏ ਪਾਰ। ਆਪ ਉਪਾਏ ਉਪਾਵਨ ਹਾਰ, ਆਪੇ ਕੀ ਤੋਨ ਗੁਰ ਵਿਚਾਰ। ਪੰਨਾ 842। ਅਰਥ: ਲੋਕ ਖਾਸ ਖਾਸ ਥਿੱਤਾਂ ਤੇ ਵਾਰਾਂ ਨੂੰ ਪਵਿੱਤਰ ਮੰਨ ਕੇ ਖਾਸ ਖਾਸ ਧਾਰਮਿਕ ਕਰਮ ਕਰਦੇ ਹਨ ਅਤੇ ਖਾਸ ਖਾਸ ਫਲ ਮਿਲਣ ਦੀ ਆਸ ਰੱਖਦੇ ਹਨ। ਪਰ ਸਾਰੀਆਂ ਥਿੱਤਾਂ, ਸਾਰੇ ਵਾਰ ਤਦੋਂ ਹੀ ਸੋਹਣੇ ਹਨ ਜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜੇ ਰਹਿਣ, ਭਾਵ ਗੁਰੂ ਦੇ ਗਿਆਨ ਅਨੁਸਾਰ ਜੀਵਨ ਜੁਗਤ ਅਥਵਾ ਆਚਰਣ ਬਣਾ ਲੈਣ। ਗੁਰੂ ਦੀ ਸ਼ਰਨ ਪਿਆ ਹੀ ਮਨੁੱਖਾ ਜਨਮ ਦਾ ਸ੍ਰੇਸ਼ਟ ਫਲ ਮਿਲ ਸਕਦਾ ਹੈ। ਇਹ ਥਿੱਤਾਂ ਅਤੇ ਵਾਰ ਆ ਕੇ ਲੰਘ ਜਾਂਦੇ ਹਨ। ਗੁਰੂ ਗਿਆਨ ਰੂਪੀ ਸ਼ਬਦ ਸਦਾ ਅਟਲ ਰਹਿਣ ਵਾਲਾ ਹੈ, ਜਿਸ ਦੀ ਬਰਕਤ ਨਾਲ ਮਨੁੱਖ ਅਟਲ ਭਗਤੀ ਵਿੱਚ ਲੀਨ ਰਹਿ ਸਕਦਾ ਹੈ। ਇਹ ਥਿੱਤਾਂ ਵਾਰ ਮਨੁੱਖ ਲਈ ਤਦ ਹੀ ਭਲੇ ਹਨ ਜੇ ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਵੇ। ਹੇ ਭਾਈ, ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜੀਵ ਕਮਜ਼ੋਰ ਆਤਮਿਕ ਜੀਵਨ ਵਾਲੇ ਹੋਣ ਕਰਕੇ ਭਟਕਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਿਕ ਮੌਤ ਸਹੇੜ ਲੈਂਦੇ ਹਨ ਅਤੇ ਆਤਮਿਕ ਮੌਤੇ ਮਰ ਕੇ ਜਗਤ ਤੋਂ ਮੰਦੀ ਆਤਮਿਕ ਹਾਲਤ ਵਿੱਚ ਹੀ ਜਾਂਦੇ ਹਨ, ਕਿਉਂਕਿ ਉਹ ਕਦੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਅਤੇ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਹਨ। ਮੂਰਖ ਮੱਤ ਵਾਲਾ ਮਨੁੱਖ, ਆਤਮਿਕ ਜੀਵਨ ਵੱਲੋਂ ਬੇਸਮਝ ਮਨੁੱਖ, ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਵਿਕਾਰਾਂ ਭਰੇ ਸੰਸਾਰ ਸਮੁੰਦਰ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਉਹ ਸਦਾ ਵਿਕਾਰਾਂ ਵਿੱਚ ਹੀ ਡੁੱਬਾ ਰਹਿੰਦਾ ਹੈ। ਪਰਮਾਤਮਾ ਨੇ ਜੀਵਾਂ ਨੂੰ ਪੈਦਾ ਵੀ ਆਪ ਹੀ ਕੀਤਾ ਅਤੇ ਫਿਰ ਇਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਲੇ ਗੁਰੂ ਦੀ ਵਿਚਾਰ 'ਤੇ ਵੀ ਆਪ ਹੀ ਤੋਰਦਾ ਹੈ। ਚੰਗੇ ਦਿਨਾਂ ਦਾ ਮਹੂਰਤ ਦੱਸਣ ਵਾਲੇ ਪਾਂਡੇ ਨੂੰ ਸੰਬੋਧਨ ਕਰਕੇ ਉਸ ਨੂੰ ਅਜਿਹੇ ਭਰਮ ਪਾਉਣ ਵਾਲਾ ਝੂਠ ਬੋਲਣ ਤੋਂ ਵਰਜਦੇ ਹੋਏ ਗੁਰੂ ਨਾਨਕ ਜੀ ਫਰਮਾਨ ਕਰਦੇ ਹਨ: ਸਾਹਾ ਗਣੇ ਨ ਕਰੇ ਵਿਚਾਰ, ਸਾਹੇ ਉਪਰ ਏਕੰਕਾਰ। ਜਿਸ ਗੁਰ ਮਿਲੇ ਸੋਈ ਬਿਧ ਜਾਣੇ, ਗੁਰਮਤਿ ਹੋਏ ਤਾਂ ਹੁਕਮ ਪਛਾਣੇ। ਝੂਠ ਨ ਬੋਲ ਪਾਂਡੇ ਸੱਚ ਕਹੀਐ, ਹਉਮੈ ਜਾਏ ਸ਼ਬਦ ਕਰ ਲਈਐ ਰਹਾਓ। ਗਣ ਗਣ ਜੋਤਕ ਕਾਂਡੀ ਕੀਨੀ, ਪੜ੍ਹੇ ਸੁਣਾਵੇਂ ਤਤ ਨ ਚੀਨੀ। ਸਭ ਸੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋਂ ਨ ਸਗਲੀ ਸ਼ਾਰ। ਪੰਨਾ 904। ਵਾਰਾਂ ਨਾਲ ਜੋੜੇ ਹੋਏ ਕਈ ਤਰ੍ਹਾਂ ਦੇ ਭਰਮ ਲੋਕਾਂ ਦੇ ਮਨਾਂ ਨੂੰ ਭਰਮੀ ਬਣਾਉਣ ਵਾਲੀ ਬ੍ਰਾਹਮਣ ਦੀ ਕੁਟਲਤਾ ਦਾ ਹਵਾਲਾ ਗੁਰਮਤਿ ਮਾਰਤੰਡ ਵਿੱਚ ਇਸ ਪ੍ਰਕਾਰ ਹੈ: ਐਤਵਾਰ ਕਿਤੇ ਜਾਣਾ ਹੋਵੇ ਤਾਂ ਪਾਨ ਖਾਣੇ, ਸੋਮਵਾਰ ਕਿਤੇ ਜਾਣਾ ਹੋਵੇ ਤਾਂ ਸ਼ੀਸ਼ਾ ਦਰਪਣ ਵੇਖ ਕੇ ਤੁਰਨਾ, ਮੰਗਲਵਾਰ ਲੌਂਗ ਖਾਣੇ, ਬੁੱਧਵਾਰ ਸ਼ਹਿਦ ਖਾਣਾ, ਵੀਰਵਾਰ ਦਹੀਂ ਖਾ ਕੇ ਜਾਣਾ, ਸ਼ੁੱਕਰਵਾਰ ਰੋਟੀ ਅਤੇ ਰਾਈ ਖਾ ਕੇ ਜਾਣਾ, ਸ਼ਨਿਚਰਵਾਰ ਕਿਤੇ ਜਾਣਾ ਹੋਵੇ ਤਾਂ ਲੂਣ ਖਾ ਕੇ ਤੁਰਨਾ। ਇਸੇ ਤਰ੍ਹਾਂ ਐਤਵਾਰ ਕੇਸੀ ਨਹਾਵੇ ਤਾਂ ਉਮਰ ਘਟੇ, ਸੋਮਵਾਰ ਨਹਾਵੇ ਤਾਂ ਜਹਿਮਤ ਰੋਗ ਹੋਏ, ਮੰਗਲਵਾਰ ਨਹਾਵੇ ਤਾਂ ਬਿਮਾਰੀ ਵੀ ਹੋਵੇ ਅਤੇ ਕੋਈ ਦਵਾਈ ਵੀ ਨਾ ਲੱਗੇ, ਬੁੱਧਵਾਰ ਨੂੰ ਕੇਸੀ ਨਹਾਵੇ ਤਾਂ ਦੌਲਤ ਮਿਲੇ। ਸਫਾ 554। ਸੱਤਾਂ ਹੀ ਵਾਰਾਂ ਨਾਲ ਕੋਈ ਨਾ ਕੋਈ ਉਚੇਚੇ ਢੰਗ ਦਾ ਭਰਮ ਜੋੜਿਆ ਹੋਇਆ ਹੈ। ਉਦਾਹਰਣ ਵਜੋਂ ਸੋਮਵਾਰ ਨੂੰ ਜੇ ਮੱਸਿਆ ਦਾ ਦਿਨ ਆ ਜਾਵੇ ਤਾਂ ਬ੍ਰਾਹਮਣ ਉਚੇਚੇ ਤੌਰ 'ਤੇ ਦਾਨ ਪੁੰਨ ਕਰਾਉਂਦੇ ਹਨ। ਮੰਗਲਵਾਰ ਨੂੰ ਦੇਵੀ ਦਾ ਵਾਰ ਦੱਸ ਕੇ ਬ੍ਰਾਹਮਣ ਆਪਣੇ ਜਜਮਾਨਾਂ ਨੂੰ ਪੂਜਾ ਪਾਠ ਅਥਵਾ ਦਾਨ ਪੁੰਨ ਦੀਆਂ ਉਚੇਚੀਆਂ ਵਿਧੀਆਂ ਦੱਸਣਗੇ। ਇਸੇ ਤਰ੍ਹਾਂ ਹੀ ਵੀਰਵਾਰ ਨੂੰ ਮੜੀਆਂ ਜਾਂ ਕਬਰਾਂ ਆਦਿ 'ਤੇ ਦੀਵੇ ਜਗਾਉਣੇ ਪੁੰਨ ਦਾ ਕੰਮ ਮੰਨਿਆ ਹੈ ਅਤੇ ਇਸ ਵਾਰ ਨੂੰ ਭੂਤਾਂ ਪ੍ਰੇਤਾਂ ਦਾ ਦਿਨ ਦੱਸਦੇ ਹਨ। ਇਸੇ ਤਰ੍ਹਾਂ ਹੀ ਸ਼ਨਿਚਰਵਾਰ ਨੂੰ ਸ਼ਨਿਚਰ ਗ੍ਰਹਿ ਦੀ ਕੋਪੀ ਦਾ ਡਰ ਪਾ ਕੇ ਉਸ ਦੀ ਪੂਜਾ ਦੇ ਬਹਾਨੇ ਦਾਨ ਦੀ ਲੁੱਟ ਆਰੰਭੀ ਹੋਈ ਸੀ ਆਦਿ। ਤੀਜੇ ਸਰੂਪ ਗੁਰੂ ਅਮਰਦਾਸ ਜੀ ਨੇ ਬਿਲਾਵਲ ਰਾਗ ਵਿੱਚ ਸੱਤਾਂ ਵਾਰਾਂ ਪਰਥਾਏ ਬਾਣੀ ਰਚ ਕੇ ਵਾਰਾਂ ਦੇ ਬਣੇ ਭਰਮਾਂ ਨੂੰ ਵਿਅਰਥ ਜਾਣ ਕੇ ਪ੍ਰਭੂ ਦੀ ਯਾਦ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ। ਫਿਰ ਪੰਜਵੇਂ ਸਰੂਪ ਸਮੇਂ ਥਿੱਤਾਂ ਵਾਰਾਂ ਦਾ ਭਰਮ ਮਿਟਾਉਣ ਵਾਲੀ ਉਚੇਚੀ ਬਾਣੀ ਗੌੜੀ ਰਾਗ ਵਿੱਚ ਉਚਾਰੀ ਹੈ। ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਗੁਰਬਾਣੀ ਦੀ ਕਿਸੇ ਇੱਕ ਸਿੱਖਿਆ 'ਤੇ ਵੀ ਨਹੀਂ ਤੁਰ ਸਕਦੇ। ਸੱਤਾਂ ਵਾਰਾਂ ਬਾਰੇ ਗੁਰੂ ਹੁਕਮ ਵੰਨਗੀ ਮਾਤਰ ਇਸ ਪ੍ਰਕਾਰ ਹਨ: ਆਦਿਤ ਵਾਰ ਆਦਿ ਪੁਰਖ ਹੈ ਸੋਈ,
ਆਪੇ ਵਰਤੈ ਅਵਰ ਨ ਕੋਈ। ਪੰਨਾ 841। ਅਰਥ ਆਦਿਤਵਾਰ ਐਤਵਾਰ ਨੂੰ, ਭਾਵ ਕਿਸੇ ਦੁਖਦਾਈ ਘਟਨਾ ਦੇ ਵਾਪਰ ਜਾਣ ਦਾ ਭਰਮ ਪਾ ਕੇ ਦਾਨ ਲੈਣ ਵਾਲੇ ਕਿਸੇ ਲੁਟੇਰੇ ਬ੍ਰਾਹਮਣ ਦੇ ਮਾਇਆ ਜਾਲ ਵਿੱਚ ਫਸ ਕੇ ਠੱਗੀ ਨਾ ਖਾਓ। ਐਤਵਾਰ ਨੂੰ ਵੀ ਉਸੇ ਪ੍ਰਭੂ ਦਾ ਹੁਕਮ ਵਰਤਦਾ ਹੈ ਜਿਹੜਾ ਜਗਤ ਦਾ ਮੂਲ, ਹਰ ਥਾਂ ਹਾਜ਼ਰ ਨਾਜ਼ਰ ਹੈ, ਅਤੇ ਦੂਜੇ ਸਾਰੇ ਦਿਨਾਂ ਵਿੱਚ ਜਿਸ ਦਾ ਅਟਲ ਹੁਕਮ ਵਰਤ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਹੀ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਵਾਲੇ ਦਿਨਾਂ ਨੂੰ ਪ੍ਰਭੂ ਪਿਆਰ ਵਿੱਚ ਟਿਕੇ ਰਹਿ ਕੇ ਭਰਮਾਂ ਤੋਂ ਦੂਰ ਰਹਿਣ ਦਾ ਉਪਦੇਸ਼ ਹੈ। ਵੀਰਵਾਰ ਨੂੰ ਭੂਤਾਂ ਪ੍ਰੇਤਾਂ ਨਾਲ, ਸ਼ੁੱਕਰਵਾਰ ਨੂੰ ਵਰਤ ਰੱਖਣ ਆਦਿ ਦੇ ਭਰਮਾਂ ਨਾਲ ਜੋੜਿਆ ਹੋਣ ਕਰਕੇ ਗੁਰਦੇਵ ਜੀ ਨੇ ਉਹਨਾਂ ਭਰਮਾਂ ਨੂੰ ਦੂਰ ਕਰਨ ਦਾ ਉਪਦੇਸ਼ ਦਿੱਤਾ ਹੈ। ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ। ਸ਼ੁੱਕਰਵਾਰ ਪ੍ਰਭ ਰਹਿਆ ਸਮਾਈ, ਆਪ ਉਪਾਏ ਸਭ ਕੀਮਤ ਪਾਈ। ਗੁਰਮੁਖ ਹੋਵੇ ਸੋ ਕਰੈ ਵਿਚਾਰ, ਸੱਚ ਸੰਜਮ ਕਰਨੀ ਹੈ ਕਾਰ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ। ਪੰਨਾ 841। ਅਰਥ ਆਪਣੀ ਰਚਨਾ ਵਿੱਚ ਪਰਮਾਤਮਾ ਵਿਆਪਕ ਹੈ। ਰਚਨਾ ਦੀ ਕਦਰ ਦਾ ਵੀ ਉਸੇ ਨੂੰ ਹੀ ਪਤਾ ਹੈ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਪ੍ਰਭੂ ਦੇ ਨਾਮ ਨਾਲ ਜੁੜ ਕੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਬਚਾਈ ਰੱਖਣ ਦਾ ਉਦਮ ਕਰਦਾ ਹੈ। ਉਹ ਸ੍ਰੇਸ਼ਟ ਆਚਰਨ ਵਾਲਾ ਬਣ ਜਾਂਦਾ ਹੈ। ਪਰ ਕਿਸੇ ਦਿਨ ਵਾਰ ਦਾ ਭਰਮ ਪਾ ਕੇ ਵਰਤ ਰੱਖਣਾ, ਕਰਮਕਾਂਡ ਦਾ ਹਰੇਕ ਨੇਮ ਨਿਭਾਉਣਾ, ਰੋਜ਼ਾਨਾ ਦੇਵ ਪੂਜਾ, ਆਤਮਿਕ ਸੂਝ ਤੋਂ ਬਿਨਾਂ, ਇਹ ਸਾਰਾ ਉਦਮ ਮਾਇਆ ਦਾ ਪਿਆਰ ਪੈਦਾ ਕਰਨ ਵਾਲਾ ਹੈ। ਸ਼ਨਿਚਰਵਾਰ ਸੌਣ ਸਾਸਤ ਵਿਚਾਰ, ਹਉਮੈ ਮੇਰਾ ਭਰਮੇ ਸੰਸਾਰ। ਮਨਮੁਖ ਅੰਧਾ ਦੂਜੇ ਪਾਏ, ਜਮਦਰ ਬਾਂਧਾ ਚੋਟਾਂ ਖਾਏ। ਗੁਰ ਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸੱਚ ਲਿਵ ਲਾਏ। ਪੰਨਾ 841। ਆਪਨ ਊਚ ਨੀਚ ਕਰ ਭੋਜਨ, ਹਠੇ ਕਰਮ ਕਰ ਉਦਰ ਭਰੈ। 14 ਅਮਾਵਸ ਰਚ ਰਚ ਮੰਗੈ, ਕਰ ਦੀਪਕ ਲੈ ਕੂਪ ਭਰੈ। ਪੰਨਾ 970। ਅਰਥ ਹੈ ਬ੍ਰਾਹਮਣ, ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ ਸਮਝਦਾ ਹੈ, ਪਰ ਭੋਜਨ ਖਾਂਦਾ ਹੈ ਆਪਣੇ ਤੋਂ ਨੀਵੀਂ ਕੁਲ ਵਾਲਿਆਂ ਦੇ ਘਰ ਵਿੱਚ। ਤੂੰ ਹੱਠ ਵਾਲੇ ਕਰਮ ਕਰਕੇ ਤੇ ਲੋਕਾਂ ਨੂੰ ਵਿਖਾ ਕੇ ਆਪਣਾ ਪੇਟ ਪਾਲਦਾ ਹੈ। 14 ਤੇ ਮੱਸਿਆ ਆਦਿਕ ਬਨਾਵਟੀ ਥਿੱਤਾਂ ਥਾਪ ਥਾਪ ਕੇ ਤੂੰ ਜਜਮਾਨਾਂ ਪਾਸੋਂ ਮੰਗਦਾ ਹੈ। ਤੂੰ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈ, ਪਰ ਇਹ ਵਿਦਿਆ ਰੂਪ ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿੱਚ ਡਿੱਗ ਰਿਹਾ ਹੈ। ਬ੍ਰਾਹਮਣ ਨੇ ਮਨੁੱਖਾਂ ਨੂੰ 4 ਧੜਿਆਂ ਵਿੱਚ ਵੰਡ ਕੇ ਜਾਤਾਂ, ਗੋਤਾਂ, ਵਰਨਾਂ, ਆਸ਼ਰਮਾਂ ਆਦਿ ਦੇ ਨਾਮ ਵਾਲੇ ਬੇਸ਼ੁਮਾਰ ਧੜਿਆਂ ਵਿੱਚ ਵੰਡੇ ਜਾਣ ਵਾਲੀ ਘਿਣਾਵਣੀ ਫੁੱਟ ਦਾ ਰਾਹ ਖੋਲ੍ਹਿਆ। ਬ੍ਰਾਹਮਣ ਦੀ ਇਸ 4 ਵਰਨਾਂ ਵਾਲੀ ਵੰਡ ਨੇ ਭਾਰਤੀ ਜਨਤਾ ਨੂੰ ਛੂਤ ਛਾਤ ਅਤੇ ਫੁੱਟ ਜਿਹੇ ਅਸਾਧ ਰੋਗ ਦਾ ਰੋਗੀ ਬਣਾ ਦਿੱਤਾ। ਇਸ ਸ਼ੁਭ ਕੰਮ ਤੋਂ ਵਿਹਲਾ ਹੁੰਦੇ ਸਾਰ ਹੀ ਵਿਦਵਾਨ ਬ੍ਰਾਹਮਣ ਜੀ ਨੇ ਮਨੁੱਖ ਜਾਤੀ ਵਾਂਗ ਹੀ ਸਮੇਂ ਨੂੰ ਵੀ ਪਹਿਲਾਂ 4 ਹੀ ਯੁੱਗਾਂ ਧੜਿਆਂ ਵਿੱਚ ਵੰਡਿਆ ਅਤੇ ਇਹਨਾਂ ਯੁੱਗਾਂ ਦੇ ਬਾਰੇ ਚੰਗੇ ਅਤੇ ਮਾੜੇ ਹੋਣ ਦਾ ਭਰਮ ਪਾਇਆ। ਸਮੇਂ ਦੀ ਇਸ ਵਰਣ ਵੰਡ ਤੋਂ ਅਗਾਂਹ ਥਿੱਤਾਂ, ਵਾਰਾਂ, ਮਹੂਰਤਾਂ ਆਦਿ ਜਿਹੇ ਬੇਅੰਤ ਹੋਰ ਟੋਟੇ ਕਰਕੇ ਮਨੁੱਖ ਨੂੰ ਕਈ ਤਰ੍ਹਾਂ ਦੇ ਭਰਮਾਂ ਵਿੱਚ ਜਕੜ ਲਿਆ। 4 ਵਰਨਾਂ ਤੋਂ ਹੋਏ ਹਾਣ ਦਾ ਵੇਰਵਾ ਅਸੀਂ ਕਈ ਵਾਰੀ ਵਿਚਾਰ ਲਿਆ ਹੈ। ਗੁਰਬਾਣੀ ਦੇ ਇਸ ਸਿਧਾਂਤ ਨੂੰ ਵੀ ਵਿਚਾਰਿਆ ਸੀ ਕਿ ਮਨੁੱਖਾਂ ਦੇ ਚੰਗੇ ਅਤੇ ਮਾੜੇ ਆਚਰਣ ਕਰਕੇ ਹੀ ਸਮੇਂ ਨੂੰ ਚੰਗਾ ਜਾਂ ਮਾੜਾ ਸਮਝਿਆ ਜਾਂਦਾ ਹੈ। ਕਿਸੇ ਸਮੇਂ ਦੇ ਪ੍ਰਭਾਵ ਨਾਲ ਜੀਵ ਚੰਗੇ ਜਾਂ ਮਾੜੇ ਨਹੀਂ ਬਣ ਸਕਦੇ। ਸਮਾਂ ਅਕਾਲ ਪੁਰਖ ਦੀ ਅਜਿਹੀ ਕਿਰਤ ਹੈ ਜਿਸ ਵਿੱਚ ਕਦੇ ਕੋਈ ਫਰਕ ਨਹੀਂ ਆਇਆ। ਸਮੇਂ ਨੂੰ ਚੰਗਾ ਜਾਂ ਮਾੜਾ ਕਹਿਣਾ ਸਿਰਜਣਹਾਰ ਦੀ ਨਿੰਦਿਆ ਕਰਨ ਤੋਂ ਲੈ ਅਰਬਾਂ ਖਰਬਾਂ ਸਾਲਾਂ ਤੋਂ ਸੂਰਜ ਦੇ ਉਦੇ ਹੋਣ ਵਿੱਚ ਜਾਂ ਅਸਤ ਹੋਣ ਦੇ ਨਿਰਧਾਰਤ ਸਮੇਂ ਵਿੱਚ ਛਿਣ ਭਰ ਦਾ ਫਰਕ ਨਹੀਂ ਆਇਆ। ਮਾਇਆ ਦੇ ਪ੍ਰਭਾਵ ਕਾਰਨ ਮਨੁੱਖੀ ਆਚਰਣ ਵਿੱਚ ਫਰਕ ਆਉਂਦਾ ਰਹਿੰਦਾ ਹੈ। ਇਸੇ ਸਿਧਾਂਤ ਨੂੰ ਦ੍ਰਿੜ ਕਰਵਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚੌਥੇ ਸਰੂਪ ਸਮੇਂ ਆਸਾ ਰਾਗ ਵਿੱਚ ਇਹ ਸ਼ਬਦ ਉਚਾਰਿਆ ਸੀ। ਸਤਿਯੁਗ ਸਭ ਸੰਤੋਖ ਸਰੀਰਾ, ਪੱਗ ਚਾਰੇ ਧਰਮ ਧਿਆਨ ਜੀਓ। ਮਨ ਤਨ ਹਰ ਗਾਵੇਂ ਪਰਮ ਸੁਖ ਪਾਵੇਂ,
हर हृदय हर गुण ज्ञान जियो। गुण ज्ञान पदार्थ हर हर किरतारथ। शोभा गुरमुख होई अंतर बाहर हर प्रभे को। दूजा अवर न कोई। हर हर लिव लाई हर नाम सखाई। हर दरगा पावे मान जियो। सतजुग सब संतोख शरीरा। पग चारे धर्म ध्यान जियो। पन्ना 445। अर्थ ਉਹ ਮਨੁੱਖ ਸਤਜੁਗੀ ਹਨ ਜਿਹੜੇ ਅਡੋਲ ਆਤਮਿਕ ਅਵਸਥਾ ਵਿੱਚ ਟਿਕੇ ਹੋਏ ਹਨ। ਉਹਨਾਂ ਨੂੰ ਹਰ ਥਾਂ ਸੰਤੋਖ ਆਤਮਿਕ ਸਹਾਰਾ ਦੇਈ ਰੱਖਦਾ ਹੈ। ਹਰ ਗੱਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ। ਅਜਿਹੇ ਸੰਤੋਖੀ ਮਨੁੱਖ ਆਪਣੇ ਮਨ ਅਤੇ ਹਿਰਦੇ ਵਿੱਚ ਪਰਮਾਤਮਾ ਦੀ ਸਿਫਤ ਕਰਦੇ ਰਹਿੰਦੇ ਹਨ ਅਤੇ ਸਭ ਤੋਂ ਉੱਚਾ ਆਤਮਿਕ ਆਨੰਦ ਮਾਣਦੇ ਰਹਿੰਦੇ ਹਨ। ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਟਿਕੀ ਰਹਿੰਦੀ ਹੈ ਅਤੇ ਹਰ ਨਾਮ ਸਿਮਰਨ ਵਿੱਚ ਆਪਣੇ ਜੀਵਨ ਨੂੰ ਸਫਲ ਸਮਝਦੇ ਹਨ। ਗੁਰੂ ਦੀ ਸਿੱਖਿਆ ਅਤੇ ਤੁਰਨ ਨਾਲ ਉਹਨਾਂ ਨੂੰ ਹਰ ਥਾਂ ਸ਼ੋਭਾ ਮਿਲਦੀ ਹੈ। ਉਹਨਾਂ ਨੂੰ ਅੰਦਰ ਬਾਹਰ ਸਿਵਾਏ ਅਕਾਲ ਪੁਰਖ ਦੇ ਹੋਰ ਦੂਜੀ ਸ਼ੈ ਨਜ਼ਰ ਨਹੀਂ ਆਉਂਦੀ। ਪਰਮਾਤਮਾ ਅਜਿਹੇ ਮਨੁੱਖ ਦਾ ਸਦਾ ਸਾਥੀ ਬਣਿਆ ਰਹਿੰਦਾ ਹੈ। ਉਹਨਾਂ ਨੂੰ ਪ੍ਰਭੂ ਦੇ ਦਰਬਾਰ ਵਿੱਚ ਆਦਰ ਮਿਲਦਾ ਹੈ ਅਤੇ ਹਰ ਗੱਲੇ ਮੁਕੰਮਲ ਧਰਮ ਉਹਨਾਂ ਦੇ ਜੀਵਨ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ। ਭਾਵ ਅਜਿਹੇ ਸੰਤੋਖੀ ਅਤੇ ਭਗਤ ਮਨੁੱਖਾਂ ਦੇ ਕਾਰਨ ਹੀ ਸਮਾਂ ਸਤਜੁਗੀ ਬਣਦਾ ਹੈ। ਕਿਸੇ ਖਾਸ ਸਮੇਂ ਦੇ ਅਸਰ ਨਾਲ ਜੀਵ ਚੰਗੇ ਜਾਂ ਮਾੜੇ ਨਹੀਂ ਹੋਇਆ ਕਰਦੇ। ਤੇਤਾ ਯੁੱਗ ਆਇਆ ਅੰਤਰ ਜੋਰ ਪਾਇਆ। ਜਤ ਸੰਜਮ ਕਰਮ ਕਮਾਏ ਜਿਉ। ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ। ਮਨ ਹਿਰਦੇ ਕ੍ਰੋਧ ਜਲਾਏ ਜਿਉ। ਮਨ ਹਿਰਦੇ ਕ੍ਰੋਧ ਮਹਾ ਬਿਸਲੋਧ। ਨਿਰਪਤਾਵੇਂ ਲੜ ਦੁਖ ਪਾਇਆ। ਅੰਤਰ ਮਮਤਾ ਰੋਗ ਲਗਾਨਾ। ਹਉਮੈ ਅਹੰਕਾਰ ਵਧਾਇਆ। ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ। ਬਿਖ ਗੁਰਮਤ ਹਰ ਨਾਮ ਲਹਿ ਜਾਏ ਜਿਉ। ਤੇਤਾ ਯੁਗ ਆਇਆ ਅੰਤਰ ਜੋਰ ਪਾਇਆ। ਜਤ ਸੰਜਮ ਕਰਮ ਕਮਾਏ ਜਿਉ। ਪੰਨਾ 445। ਭਾਵ ਜਿਸ ਮਨੁੱਖ ਦੇ ਅੰਦਰ ਦੂਜਿਆਂ ਉੱਤੇ ਧੱਕਾ ਕਰਨ ਦਾ ਸੁਭਾਅ ਆਵਸਥਾ ਹੈ, ਉਸ ਦੇ ਅੰਦਰ ਮਾਨੋ ਤ੍ਰੇਤਾ ਯੁੱਗ ਵਾਪਰਿਆ ਹੈ। ਉਹ ਮਨੁੱਖ ਪਰਮਾਤਮਾ ਦਾ ਸਿਮਰਨ ਭੁਲਾ ਕੇ ਵੀਰਜ ਨੂੰ ਰੋਕਣਾ ਹੀ ਧਰਮ ਸਮਝ ਲੈਂਦਾ ਹੈ ਅਤੇ ਇੰਦਰੀਆਂ ਨੂੰ ਵਸ ਕਰਨ ਵਾਲੇ ਕਰਮ ਕਮਾਉਂਦਾ ਹੈ। ਉਸ ਦੇ ਅੰਦਰੋਂ ਧਰਮ ਕਮਜ਼ੋਰ ਹੋ ਜਾਂਦਾ ਹੈ। ਮਾਨੋ ਚਾਹਾਂ ਪੈਰਾਂ ਵਾਲੇ ਧਰਮ ਦਾ ਇੱਕ ਪੈਰ ਨਹੀਂ ਰਹਿੰਦਾ। ਅਜਿਹੇ ਮਨੁੱਖ ਦੇ ਹਿਰਦੇ ਵਿੱਚ ਕ੍ਰੋਧ ਪੈਦਾ ਹੋ ਜਾਂਦਾ ਹੈ ਜੋ ਉਸ ਦੇ ਆਤਮਿਕ ਜੀਵਨ ਨੂੰ ਸਾੜਦਾ ਹੈ। ਕ੍ਰੋਧ ਦੇ ਕਾਰਨ ਹੀ ਰਾਜੇ ਵੀ ਇੱਕ ਦੂਜੇ ਨਾਲ ਲੜ ਕੇ ਦੁਖੀ ਹੁੰਦੇ ਹਨ। ਹਉਮੈ ਅਤੇ ਮਮਤਾ ਰੋਗ ਵੀ ਮਨੁੱਖ ਨੂੰ ਦੁਖੀ ਕਰਦੇ ਹਨ। ਗੁਰੂ ਦੀ ਮੱਤ ਦੀ ਬਰਕਤ ਨਾਲ ਹਰ ਨਾਮ ਮਿਲਦਾ ਹੈ, ਜਿਸ ਦੀ ਕਿਰਪਾ ਨਾਲ ਮਨ ਵਿੱਚ ਠੰਡ ਵਰਤਦੀ ਹੈ। ਜੁਗ ਦੁਆਪਰ ਆਇਆ ਭਰਮ ਭਰਮਾਇਆ। ਹਰ ਗੋਪੀ ਖਾਨ ਉਪਾਈ ਜਿਉ। ਤਪ ਤਾਪਨ ਤਾਪੇ ਜਗ ਪੁਨ ਆਰੰਭੈ। ਅਤ ਕਿਰਿਆ ਕਰਮ ਕਮਾਏ ਜਿਉ। ਕਿਰਿਆ ਕਰਮ ਕਮਾਇਆ ਪੱਗ ਦੋਏ ਖਿਸ ਖਾਇਆ। ਦੋਏ ਪੱਗ ਟਿਕੈ ਟਕਾਈ ਜਿਉ। ਮਹਾ ਜੁਧ ਜੋਧ ਬਹੁ ਕੀਨੇ ਵਿੱਚ ਹਉਮੈ ਪਚੈ ਪਚਾਏ ਜਿਉ। ਦੀਨ ਦਿਆਲ ਗੁਰਸਾਧ ਮਿਲਾਇਆ ਮਿਲ ਸਤਿਗੁਰ ਮਲ ਲੈ ਜਾਏ ਜਿਉ। ਜਗ ਦੁਆਪਰ ਆਇਆ ਭਰਮ ਭਰਮਾਇਆ। ਹਰ ਗੋਪੀ ਖਾਨ ਉਪਾਏ ਜਿਉ। ਪੰਨਾ 445। ਭਾਵ ਪਰਮਾਤਮਾ ਦੇ ਪੈਦਾ ਕੀਤੇ ਇਸਤਰੀ ਮਰਦਾਂ ਵਿੱਚ ਜਿਹੜਾ ਪਰਮਾਤਮਾ ਦਾ ਸਿਮਰਨ ਛੱਡ ਕੇ ਮਾਇਆ ਦੀ ਭਟਕਣਾ ਵਿੱਚ ਭਟਕਦਾ ਹੋਇਆ ਤਪ ਸਾਧਦਾ ਹੈ, ਧੂਣੀਆਂ ਤਪਾਉਣ ਦੇ ਕਸ਼ਟ ਸਹਾਰਦਾ ਹੈ, ਮਿੱਥੇ ਹੋਏ ਹੋਰ ਧਰਮ ਕਰਮ ਜਾਂ ਕਿਰਿਆ ਕਰਮ ਕਰਦਾ ਹੈ, ਉਹ ਹਉਮੈ ਵਿੱਚ ਸੜਦਾ ਹੈ। ਅਜਿਹੇ ਮਨੁੱਖ ਦੇ ਅੰਦਰੋਂ ਧਰਮ ਹੋਰ ਵੀ ਕਮਜ਼ੋਰ ਹੋ ਜਾਂਦਾ ਹੈ। ਮਾਨੋ ਉਸ ਦੇ ਅੰਦਰ ਦੁਆਪਰ ਯੁੱਗ ਵਾਪਰ ਰਿਹਾ ਹੁੰਦਾ ਹੈ। ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਿਸ ਮਨੁੱਖ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਮਿਲਾ ਦਿੱਤਾ, ਉਸ ਦੇ ਅੰਦਰੋਂ ਮਾਇਆ ਦੀ ਮੈਲ ਲੈ ਜਾਂਦੀ ਹੈ। ਉਹ ਆਤਮਿਕ ਅਡੋਲਤਾ ਦਾ ਆਨੰਦ ਮਾਣਦਾ ਹੈ। ਕਲਯੁਗ ਹਰ ਕੀਆ ਪੱਗ ਤ੍ਰੈ ਖਿਸਕੀਆ। ਪੱਗ ਚੌਥਾ ਟਿਕੇ ਟਕਾਈ ਜਿਉ। ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ। ਹਰ ਕੀਰਤ ਹਰ ਸ਼ਾਂਤ ਪਾਈ ਜਿਉ। ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ।
ਹਰ ਹਰ ਨਾਮ ਖੇਤ ਜਮਾਇਆ, ਕਲਯੁਗ ਬੀਜ ਬੀਜੈ ਬਿਨ ਨਾਵੇਂ, ਸਭ ਲਾਹਾ ਮੂਲ ਗਵਾਇਆ। ਜਾਂ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੇ ਨਾਮ ਲਖਾਏ ਜਿਉ, ਕਲਯੁਗ ਹਰ ਕੀਆ, ਪੱਗ ਤ੍ਰੈ ਖਿਸਕੀਆ, ਪੱਗ ਚੌਥਾ ਟਿਕੇ ਟਕਾਈ ਜਿਉ। ਪੰਨਾ 446। ਭਾਵ ਜਿਸ ਮਨੁੱਖ ਦੇ ਅੰਦਰੋਂ ਧਰਮ ਬਿਲਕੁਲ ਹੀ ਕਮਜ਼ੋਰ ਪੈ ਗਿਆ, ਜਿਸ ਦੇ ਹਿਰਦੇ ਵਿੱਚ ਐਵੇਂ ਨਾਮ ਮਾਤਰ ਹੀ ਪ੍ਰਭੂ ਦਾ ਭੈ ਰਹਿ ਜਾਏ, ਉਸ ਦੇ ਅੰਦਰ ਮਾਨੋ ਕਲਯੁਗ ਵਾਪਰ ਰਿਹਾ ਹੁੰਦਾ ਹੈ। ਪਰ ਜੇ ਉਹੀ ਮਨੁੱਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਅਨੁਸਾਰ ਆਪਣਾ ਜੀਵਨ ਢਾਲ ਲਵੇ ਅਤੇ ਸਮਝ ਲਵੇ ਕਿ ਮਨੁੱਖਾ ਜਨਮ ਦਾ ਸਮਾਂ ਪ੍ਰਭੂ ਦੀ ਸਿਫਤ ਸਲਾਹ ਨੂੰ ਹਿਰਦੇ ਵਿੱਚ ਵਸਾ ਕੇ ਜੀਵਨ ਸਫਲਾ ਕਰ ਲੈਣ ਲਈ ਮਿਲਿਆ ਹੈ, ਉਸ ਨੂੰ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ। ਸਤਿਗੁਰਾਂ ਨੇ ਬੜੇ ਮਿੱਠੇ ਢੰਗ ਨਾਲ ਬ੍ਰਾਹਮਣ ਦੇ ਬਣਾਏ ਜੁਗਾਂ ਵਾਲੇ ਭਰਮ ਦੀ ਖੰਡਨਾ ਕੀਤੀ ਹੈ। ਧਰਮ ਨੂੰ ਬਲਦ ਦੇ ਪੈਰਾਂ ਨਾਲ ਜੋੜਨ ਵਾਲੀ ਗੱਲ ਵੀ ਬ੍ਰਾਹਮਣੀ ਗ੍ਰੰਥਾਂ ਵਾਲੀ ਹੈ। ਉਸ ਬਾਰੇ ਬਣੀ ਧਾਰਨਾ ਦਾ ਖੰਡਨ ਵੀ ਨਾਲ ਹੀ ਕੀਤਾ ਹੈ। ਜਿਵੇਂ ਕਈ ਧਰਮਾਂ ਨੇ ਆਪਣੇ ਪਾਪਾਂ ਦੀ ਜ਼ਿੰਮੇਵਾਰੀ ਆਪਣੇ ਤੋਂ ਟਾਲ ਦੇਣ ਦੇ ਯਤਨ ਵਿੱਚ ਸ਼ੈਤਾਨ ਪੈਦਾ ਕਰ ਲਿਆ ਹੋਇਆ ਹੈ, ਇਵੇਂ ਹੀ ਬ੍ਰਾਹਮਣ ਨੇ ਮਨੁੱਖ ਦੇ ਕਰਮਾਂ ਦੀ ਜ਼ਿੰਮੇਵਾਰੀ ਜੁਗਾਂ ਦੇ ਪ੍ਰਭਾਵ 'ਤੇ ਸਿਰ ਮੜੀ ਹੋਈ ਹੈ। ਅਸਲ ਵਿੱਚ ਇਹ ਸਾਰਾ ਮਾਇਆ ਜਾਲ ਲੋਕਾਂ ਨੂੰ ਠੱਗਣ ਲਈ ਹੀ ਖਿਲਾਰਿਆ ਹੋਇਆ ਹੈ। ਦਿਨ ਵਾਰ ਅਥਵਾ ਸਮੇਂ ਨੂੰ ਮਾੜਾ ਦੱਸ ਕੇ ਉਸ ਤੋਂ ਮੁਸੀਬਤਾਂ ਦੇ ਆਉਣ ਦਾ ਭੈ ਪਾ ਲੈਣਾ ਅਤੇ ਫਿਰ ਉਸ ਦਾ ਤੋੜ ਦੱਸਣ ਲਈ ਤਕੜੀ ਮਾਇਆ ਠੱਗ ਲੈਣੀ। ਗੁਰਦੇਵ ਜੀ ਨੇ ਬ੍ਰਾਹਮਣਾਂ ਨੂੰ ਸੰਬੋਧਨ ਕਰਕੇ ਸਾਰੀ ਮਨੁੱਖਤਾ ਨੂੰ ਸਮਝਾਇਆ ਹੈ ਕਿ ਚੌਦਿਆਂ, ਮੱਸਿਆ, ਸੰਗਰਾਂਦ ਆਦਿ ਕਿਸੇ ਵੀ ਅਜਿਹੇ ਦਿਨ ਵਾਰ ਨੂੰ ਬਾਕੀ ਦਿਨਾਂ ਨਾਲੋਂ ਪਵਿੱਤਰ ਸਮਝਣਾ ਗੁਰਮਤਿ ਨਹੀਂ, ਸਗੋਂ ਪ੍ਰੋਧਵਾਦੀ ਰੀਤ ਹੈ। ਬ੍ਰਾਹਮਣੀ ਵਿਦਿਅਕ ਚਪਲਤਾ ਦੀ ਉਪਜ 9 ਗ੍ਰਹਾਂ ਅਤੇ 12 ਰਾਸ਼ੀਆਂ ਦੇ ਹਿਸਾਬ ਨਾਲ ਸੂਰਜ ਜਦ ਇੱਕ ਰਾਸ਼ੀ ਤੋਂ ਦੂਜੀ ਵਿੱਚ ਜਾਂਦਾ ਹੈ ਤਾਂ ਉਸ ਦਿਨ ਨੂੰ ਸਕਰਾਂਤ ਅਥਵਾ ਸੰਗਰਾਂਦ ਦਾ ਦਿਨ ਕਹਿ ਕੇ ਬ੍ਰਾਹਮਣ ਨੇ ਉਸ ਦਿਨ 'ਤੇ ਉਚੇਚਾ ਦਾਨ, ਕਈ ਉਚੇਚੇ ਫਲਾਂ ਦਾ ਦੇਣ ਵਾਲਾ ਪ੍ਰਚਾਰ ਕੇ ਸੰਗਰਾਂਦ ਨੂੰ ਆਪਣੀ ਲੁੱਟ ਦਾ ਸਾਧਨ ਬਣਾਇਆ ਹੋਇਆ ਸੀ। ਗੁਰਦੇਵ ਜੀ ਨੇ ਸੰਗਰਾਂਦ ਅਥਵਾ ਕਿਸੇ ਮੱਸਿਆ ਵਾਲੇ ਦਿਨ ਕੋਈ ਉਚੇਚਾ ਦੀਵਾਨ ਕਦੇ ਨਹੀਂ ਸੀ ਲਾਇਆ। ਮਹੂਰਤਾਂ, ਥਿੱਤਾਂ, ਵਾਰਾਂ ਆਦਿ ਦੇ ਸ਼ੁਭ ਅਤੇ ਅਸ਼ੁਭ ਹੋਣ ਦੇ ਬ੍ਰਾਹਮਣੀ ਪ੍ਰਭਾਵ ਦਾ ਸਿੱਖ ਸੰਗਤਾਂ ਦੇ ਮਨਾਂ ਵਿੱਚੋਂ ਪੂਰੀ ਤਰ੍ਹਾਂ ਭੋਗ ਪੈ ਚੁੱਕਾ ਸੀ। ਜੇ ਅਜਿਹਾ ਨਾ ਹੋ ਚੁੱਕਾ ਹੁੰਦਾ ਤਾਂ ਪੰਚਮ ਪਾਤਸ਼ਾਹ ਦੇ ਪਰਮ ਪਿਆਰੇ ਸਿੱਖ ਅਤੇ ਨਜ਼ਦੀਕੀ ਰਿਸ਼ਤੇਦਾਰ ਗੁਰੂ ਸਾਹਿਬ ਦੀ ਉਚਾਰੀ ਹੋਈ ਗੁਰਬਾਣੀ ਨੂੰ ਲਿਖਣ ਵਾਲੇ ਭਾਈ ਗੁਰਦਾਸ ਜੀ ਉਹ ਸਮੇਂ ਦੇ ਗੁਰਸਿੱਖਾਂ ਦੀ ਅਵਸਥਾ ਲਿਖਦੇ ਹੋਏ ਇਉਂ ਕਦੇ ਨਹੀਂ ਸਨ ਲਿਖ ਸਕਦੇ। ਸੱਤੇ ਧਾਰੀ ਲੰਘ ਕੇ ਭੈਰੋਂ ਖੇਤਰ ਪਾਲ ਦਲ ਮੱਲਿਆ, ਸੱਤੇ ਰੋਹਣ 7 ਵਾਰ, 7 ਸੁਹਾਗਣ ਸਾਧ ਨਾ ਟਲਿਆ, ਗੁਰਮੁਖ ਸਾਧ ਸੰਗਤ ਵਿੱਚ ਖਲਿਆ। ਭਾਈ ਗੁਰਦਾਸ ਜੀ। ਭਾਈ ਵੀਰ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀ ਵਾਰਾਂ ਦਾ ਸਟੀਕ ਗ੍ਰੰਥ ਦਾ ਪ੍ਰਕਾਸ਼ਨ ਤੇ ਸੰਪਾਦਨ ਕੀਤਾ ਹੈ। ਉਸ ਵਿੱਚ ਅਰਥ ਇਸ ਪ੍ਰਕਾਰ ਲਿਖੇ ਹਨ। ਪਹਾੜਾਂ ਦੀਆਂ 7 ਧਾਰਾਂ ਨੂੰ ਲੰਘ ਕੇ ਭੈਰਵ ਆਦਿ ਭੂਤ ਪ੍ਰੇਤ ਸਭ ਦਲ ਮਲ ਸਿੱਟਦਾ ਹੈ। ਭਾਵ ਗੁਰਮੁਖ ਕਿਸੇ ਭਰਮ ਦੇ ਅਧੀਨ ਨਹੀਂ ਹੈ। ਬੁੱਧ ਸ਼ਨੀ ਆਦਿ ਦੇ ਭਰਮਾਂ ਦੇ ਨੇੜੇ ਨਹੀਂ ਜਾਂਦਾ। ਚੰਦਰਮਾ ਦੀਆਂ ਵਹੁਟੀਆਂ, ਚੰਦਰਮਾ ਦੇ ਘਟਾ ਵਧਾ ਦੇ ਹਿਸਾਬ ਨਾਲ ਬਣੀਆਂ ਬ੍ਰਾਹਮਣੀ ਥਿੱਤਾਂ, 7 ਸੁਹਾਗਣਾ, 7 ਰਿਖੀਆਂ ਅਤੇ ਪਤਨੀਆਂ ਆਦਿ ਕਿਸੇ ਭੈ ਭਰਮ ਵਿੱਚ ਗੁਰਮੁਖ ਨਹੀਂ ਹਾਰਦਾ। ਸਤ ਸੰਗਤ ਦੇ ਆਸਰੇ ਹੋ ਕੇ ਗੁਰਮੁਖ ਇਹਨਾਂ ਭਰਮਾਂ 'ਤੇ ਫਤਿਹ ਪਾ ਲੈਂਦਾ ਹੈ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਂਦਾ। ਕਿੱਡੇ ਦੁੱਖ ਦੀ ਗੱਲ ਹੈ ਕਿ ਗੁਰੂ ਦਾ ਸਿੱਖ ਸੰਗਰਾਂਦ ਦੇ ਦਿਨ ਬਾਕੀ ਦਿਨਾਂ ਨਾਲੋਂ ਪਵਿੱਤਰ ਸਮਝਦਾ ਅਤੇ ਉਚੇਚ ਨਾਲ ਮਨਾਉਂਦਾ ਹੈ। ਗੁਰਦੇਵ ਜੀ ਦੇ ਇਸ ਫਰਮਾਨ ਥਿੱਤੀਵਾਰ ਸੀਵੇਂ ਮੁਗਧ ਗਵਾਰ ਦਾ ਮਨੋਂ ਮਖੌਲ ਉਡਾਇਆ ਜਾ ਰਿਹਾ ਹੁੰਦਾ ਹੈ। ਮਹੀਨੇ ਦਾ ਨਾਮ ਸੁਣਨ ਦਾ ਭਰਮ ਏਡਾ ਪ੍ਰਬਲ ਹੈ ਕਿ ਮਹਾਰਾਜ ਦੀ ਬਾਣੀ ਨਾਲੋਂ ਮਹੀਨੇ ਦਾ ਨਾਮ ਪੜ੍ਹ ਕੇ ਸੁਣਾਉਣ ਵਾਲੇ ਦੀ ਮਹੱਤਤਾ ਵੱਧ ਸਮਝੀ ਜਾ ਰਹੀ ਹੁੰਦੀ ਹੈ। ਸਿਫਾਰਸ਼ਾਂ ਹੁੰਦੀਆਂ ਸੁਣੀਆਂ ਹਨ ਕਿ ਅਸਾਂ ਭਾਈ ਊੜਾ ਸਿੰਘ ਦੇ ਮੂੰਹੋਂ ਹੀ ਮਹੀਨੇ ਦਾ ਨਾਮ ਸੁਣਨਾ ਹੈ। ਜਦੋਂ ਉਸ ਕਰਮਾਂ ਵਾਲੇ ਦੇ ਮੂੰਹੋਂ ਮਹੀਨਾ ਸੁਣੀਏ ਤਾਂ ਸਾਰਾ ਮਹੀਨਾ ਬੜਾ ਚੰਗਾ ਲੰਘਦਾ ਹੈ।
ਸ੍ਰੀ ਦਰਬਾਰ ਸਾਹਿਬ ਜਿਹੜਾ ਸਿਰਜਿਆ ਹੀ ਇਸ ਕਰਕੇ ਸੀ ਕਿ ਇਸ ਪਾਵਨ ਥਾਂ ਦਾ ਮੁਖੀ ਇੰਨਾ ਸੁਚੇਤ ਹੋਵੇ ਕਿ ਪੰਥ ਵਿੱਚ ਆ ਰਹੀ ਹਰ ਢਿੱਲ ਬਾਰੇ ਅਕਾਲ ਤਖਤ ਸਾਹਿਬ ਦੀ ਮੋਹਰ ਵਾਲੇ ਸੇਧ ਪੱਤਰ ਜਾਰੀ ਕਰਦਾ ਰਿਹਾ ਕਰੇ। ਜਦ ਉਸ ਪਾਵਨ ਸ੍ਰੀ ਦਰਬਾਰ ਸਾਹਿਬ ਵਿੱਚ ਵੀ ਸੰਗਰਾਂਦ ਵਾਲੇ ਦਿਨ ਮਹੀਨੇ ਦਾ ਨਾਮ ਉਚੇਚੇ ਤੌਰ 'ਤੇ ਇਸ ਢੰਗ ਨਾਲ ਸੁਣਾਇਆ ਜਾ ਰਿਹਾ ਹੁੰਦਾ ਹੈ ਕਿ ਜਿਵੇਂ ਮਹੀਨੇ ਦਾ ਨਾਮ ਸੁਣਨ ਵਾਲਿਆਂ ਲਈ ਸੁਰਗਾਂ ਵਿੱਚ ਥਾਂ ਪੱਕੀ ਹੋ ਰਹੀ ਹੁੰਦੀ ਹੈ, ਤਾਂ ਇਸ ਤੋਂ ਹੋਰ ਗੁਰੂ ਘਰਾਂ ਦੀ ਮਰਜ਼ਾਦਾ ਤਾਂ ਵਿਗੜਨੀ ਹੀ ਸੀ। ਫਿਰ ਮਹੀਨਾ ਸੁਣਨ ਦੀ ਇੱਛਾ ਨਾਲ ਗਏ ਬੰਦੇ ਵੀ ਪਾਠੀ ਦੇ ਮੂੰਹੋਂ ਮਹੀਨੇ ਦਾ ਨਾਮ ਨਿਕਲਦਿਆਂ ਹੀ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਰਾਮਦਾਸ ਜੀ ਕਹਿੰਦੇ ਹੋਏ ਮੱਥਾ ਟੇਕ ਕੇ ਬਾਹਰੋਂ ਪ੍ਰਸ਼ਾਦ ਲੈ ਕੇ ਘਰਾਂ ਵੱਲ ਨੂੰ ਅਥਵਾ ਦੁਕਾਨਾਂ ਨੂੰ ਜਾਂਦੇ ਹੋਏ ਖੁਸ਼ੀਆਂ ਨਾਲ ਸੱਜਣਾ ਨੂੰ ਕਹਿ ਰਹੇ ਹੁੰਦੇ ਹਨ, ਅੱਜ ਵੀ ਸਬੱਬ ਨਾਲ ਉਸੇ ਕਰਮਾਂ ਵਾਲੇ ਭਾਈ ਦੇ ਮੂੰਹੋਂ ਮਹੀਨੇ ਦਾ ਨਾਮ ਸੁਣ ਕੇ ਆਏ ਹਾਂ। ਭਾਵ ਜਿੰਨੀਆਂ ਮਰਜ਼ੀ ਹੈ ਠੱਗੀਆਂ ਮਾਰੀਏ, ਇਹ ਮਹੀਨਾ ਵੀ ਹਰ ਹਾਲਤ ਵਿੱਚ ਸੁੱਖ ਦਾ ਹੀ ਬੀਤਣਾ ਹੈ। ਕੋਈ ਨਹੀਂ ਸਮਝ ਆਉਂਦਾ ਕਿ ਮਹੀਨੇ ਬਾਰੇ ਜੋ ਗਿਆਨ ਸਮਝਾਇਆ ਹੈ ਉਸ ਨੂੰ ਸਮਝ ਕੇ ਪੱਲੇ ਬੰਨਣ ਨਾਲ ਅਤੇ ਉਸ ਅਨੁਸਾਰ ਜੀਵਨ ਬਣਾਉਣ ਨਾਲ ਕਲਿਆਣ ਹੋਣੀ ਹੈ। ਨਿਰਾ ਮਹੀਨੇ ਦਾ ਨਾਮ ਸੁਣਦਿਆਂ ਹੀ ਦੌੜ ਆਉਣ ਵਾਲੇ ਸਗੋਂ ਗੁਰੂ ਨੂੰ ਪਿੱਠ ਦੇ ਕੇ ਤੁਰਨ ਦਾ ਘੋਰ ਪਾਪ ਕਰ ਰਹੇ ਹੁੰਦੇ ਹਨ। ਥਿੱਤਾਂ ਵਾਰਾਂ ਨੂੰ ਸ਼ੁਭ ਅਸ਼ੁਭ ਮੰਨਣ ਦੇ ਸੰਸਕਾਰਾਂ ਵਾਲੇ ਮਨੁੱਖ ਦੀ ਰੁਚੀ ਨੂੰ ਇਸ ਭਰਮ ਵੱਲੋਂ ਹਟਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ 12 ਮਹਾਂ ਬਾਣੀ ਰਚੀ ਅਤੇ ਫੋਕਟ ਭਰਮਾਂ ਵਿੱਚ ਪੈਣ ਤੋਂ ਵਰਜ ਕੇ ਮਨੁੱਖ ਨੂੰ ਸਰਵ ਵਿਆਪੀ ਪ੍ਰਭੂ ਨਾਲ ਪ੍ਰੇਮ ਪਾਉਣ ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਇਸ ਰਚਨਾ ਨੂੰ ਸਮਝਣ ਲਈ ਵੱਧ ਇਕਾਗਰਤਾ ਅਤੇ ਸਾਧਨਾ ਦੀ ਲੋੜ ਸੀ। ਪੰਚਮ ਪਾਤਸ਼ਾਹ ਜੀ ਨੇ ਮਾਝ ਰਾਗ ਵਿੱਚ 12 ਮਹਾਂ ਬਾਣੀ ਹੋਰ ਵੀ ਸੁਖੈਨ ਕਰਕੇ ਲਿਖ ਦੇਣ ਦੀ ਮਿਹਰ ਕਰ ਦਿੱਤੀ। ਮਹੀਨੇ ਦੇ ਨਾਮ ਨੂੰ ਵਰਤ ਕੇ ਬ੍ਰਹਮ ਗਿਆਨ ਦੀ ਸੋਝੀ ਕਰਾਈ ਅਤੇ ਆਖਰੀ ਤੁਕ ਵਿੱਚ ਫਰਮਾਨ ਕੀਤਾ ਕਿ ਜਿਹੜਾ ਭਾਗਾਂ ਵਾਲਾ ਮਨੁੱਖ ਸਤਿਗੁਰੂ ਜੀ ਦੇ ਉਪਦੇਸ਼ 'ਤੇ ਚੱਲ ਕੇ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ ਅਤੇ ਜਿਸ 'ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਆ ਟਿਕੀ, ਉਸ ਦੇ ਸਾਰੇ ਮਹੀਨੇ, ਸਾਰੇ ਦਿਨ ਅਤੇ ਸਾਰੇ ਮੁਹੂਰਤ ਸਫਲ ਹੋ ਗਏ। ਉਸ ਨੂੰ ਚੰਗੇ ਮਾੜੇ ਦਿਨਾਂ ਦੇ ਭੁਲੇਖੇ ਨਹੀਂ ਪੈਂਦੇ। ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਪੰਨਾ 136। ਉਹੀ ਸਮਾਂ ਕਰਮਾਂ ਵਾਲਾ ਹੈ ਜਿਸ ਵੇਲੇ ਸਤਿਗੁਰ ਦੇ ਦਰਸ਼ਨ ਹੋ ਗਏ। ਸਾ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ, ਪੰਨਾ 520। ਕਿੱਡੇ ਸ਼ੌਕ ਵਾਲੀ ਸਥਿਤੀ ਬਣ ਚੁੱਕੀ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਈ ਵੀ ਸਮਾਂ ਆਪਣੇ ਆਪ ਵਿੱਚ ਨਾ ਚੰਗਾ ਤੇ ਨਾ ਹੀ ਮਾੜਾ ਹੋਣ ਦਾ ਗਿਆਨ ਬਖਸ਼ਦੀ ਹੈ ਅਤੇ ਸਮੇਂ ਨੂੰ ਚੰਗਾ ਜਾਂ ਮਾੜਾ ਸਮਝਣਾ ਮੂਰਖ ਮਤ ਦੱਸ ਰਹੀ ਹੈ, ਉਸੇ ਲਾਸਾਨੀ ਗੁਰੂ ਦੇ ਦਰਬਾਰ ਵਿੱਚ ਹੀ ਕਈ ਲੋਕ ਭਾਈ ਦੀ ਬੇਅਦਬੀ ਇਸ ਗੱਲੋਂ ਕਰਦੇ ਵੇਖੇ ਜਾਂਦੇ ਹਨ ਕਿ ਉਸ ਨੇ ਬੱਚਿਆਂ ਦੀ ਸ਼ਾਦੀ ਸਮੇਂ ਲਾਵਾਂ 12 ਵਜੇ ਤੋਂ ਪਹਿਲਾਂ ਨਾ ਪੜ੍ਹ ਕੇ ਬਦਸ਼ਗਨੀ ਕੀਤੀ ਹੈ। ਜਿਸ ਕੌਮ ਦਾ ਲੀਡਰ ਆਪਣੀ ਕੌਮ ਵਾਲਿਆਂ ਨੂੰ ਗੁਰੂ ਦੇ ਹੁਕਮਾਂ ਤੋਂ ਜਾਣੂ ਨਹੀਂ ਕਰਾ ਸਕਿਆ, ਉਹ ਜਦੋਂ ਖਾਲਿਸਤਾਨ ਲੈ ਲੈਣ ਦੇ ਦਮਜ਼ਗੇ ਮਾਰਦਾ ਹੈ ਤਾਂ ਕੌਮ ਦੀ ਬਦਕਿਸਮਤੀ 'ਤੇ ਰੋਣਾ ਆਉਂਦਾ ਹੈ। ਹਾਏ ਸ਼ੋਕ ਜਿਹੜਾ ਗੁਰੂ ਦੁਨੀਆ ਦੇ ਸਾਰੇ ਅਵਤਾਰਾਂ ਤੇ ਰਹਿਬਰਾਂ ਨਾਲੋਂ ਨਿਰਾਲੀ ਆਨ ਸ਼ਾਨ ਵਾਲਾ ਹੈ, ਜਿਸ ਗੁਰੂ ਦਾ ਗਿਆਨ ਮਨੁੱਖ ਨੂੰ ਪਰਮ ਸੁੱਖ ਨਾਲ ਜੋੜ ਦੇਣ ਦੀ ਸ਼ਕਤੀ ਵਾਲਾ ਹੈ, ਜਿਸ ਗੁਰੂ ਦੀ ਸਿੱਖਿਆ ਮਨੁੱਖ ਨੂੰ ਦੇਵਤਾ ਬਣਾਉਣ ਦੇ ਸਮਰੱਥ ਹੈ, ਜਿਸ ਗੁਰੂ ਦਾ ਉਪਦੇਸ਼ ਮਨੁੱਖ ਨੂੰ ਸ੍ਰੇਸ਼ਟ ਗੁਣਾਂ ਵਾਲਾ ਸੰਤ ਸੂਰਮਾ ਅਤੇ ਹਰ ਮੈਦਾਨ ਵਿੱਚ ਫਤਿਹ ਪਾ ਸਕਣ ਵਾਲੀ ਚੜ੍ਹਦੀ ਕਲਾ ਦਾ ਮਾਲਕ ਬਣਾਉਂਦਾ ਹੈ, ਉਸ ਅਨੂਪਮ ਗੁਰੂ ਦਾ ਸਿੱਖ ਦਿਨੋਂ ਦਿਨ ਕੱਖੋਂ ਹੌਲਾ ਹੁੰਦਾ ਜਾ ਰਿਹਾ ਹੈ। ਸਭ ਤੋਂ ਵੱਡੀ ਦੁਖਦਾਈ ਹਾਲਤ ਇਹ ਹੈ ਕਿ ਵਾਸਤਵ ਵਿੱਚ ਢਹਿੰਦੀਆਂ ਕਲਾ ਵੱਲ ਨੂੰ ਚਾਲੇ ਪਾ ਚੁੱਕਾ ਖਾਲਸਾ ਆਪਣੇ ਆਪ ਨੂੰ ਚੜ੍ਹਦੀ ਕਲਾ ਦਾ ਮਾਲਕ ਬਣੀ ਬੈਠਾ ਸਮਝੀ ਜਾਣ ਵਾਲੇ ਦੁਖਦਾਈ ਭਰਮ ਵਿੱਚ ਫਸਿਆ ਦੂਜਿਆਂ ਨੂੰ ਦੋਸ਼ੀ ਆਖੀ ਜਾਣ ਵਿੱਚ ਸੁੱਖ ਮਾਣ ਰਿਹਾ ਹੈ। ਬ੍ਰਾਹਮਣੀ ਰੀਤਾਂ ਦੇ ਪ੍ਰਭਾਵ ਨੇ ਇੰਨੀ ਮੱਤ ਮਾਰ ਲਈ ਹੈ ਕਿ ਅੱਜ ਸਿੱਖ ਆਪਣੇ ਅੰਦਰ ਝਾਤੀ ਮਾਰ ਕੇ ਅੰਦਰ ਦੀ ਘਾੜ ਦਾ ਕਾਰਨ ਸਮਝਣ ਜੋਗਾ ਨਹੀਂ ਰਿਹਾ। ਆਓ ਆਪਣੇ ਗੁਰੂ ਦੀ ਚੇਤਾਵਨੀ ਵੱਲ ਧਿਆਨ ਦੇ ਕੇ ਅੰਦਰ ਝਾਤੀ ਮਾਰੀਏ। ਛੋੜ ਛੋੜ ਰੇ ਵਿਖਿਆ ਕੇ ਰਸੂਆ ਉਰਜ ਰਿਓ ਰੇ ਬਾਵਰ ਗਾਵਰ
ज्यों किरखे हरियायो पशुआ। रहाओ। जो जाने तू अपने काजे, सो संग न चाले तेरे तसुआ। नांगो आया नांग सिदासी, फेर फिरियो अर काल गरसुआ। पेख पेख रे कुसुम्ब की लीला, राच माच तिन्हूं लो हसुआ। सीजत डोर दिनस अर रैनी, जी को काज न कीनो कछुआ। करत करत इम ही बिरदानो, हारियो उगते तन खीनसुआ। ज्यों मोहियो उन मुहनी बाला, उसते घटे नाही रुच चसुआ। जग ऐसा मोए गुरे दिखायो, तो शरण परयो तज गर्भसुआ। मार्ग प्रभ को संत बतायो, दृढ़ी नानक दास भगत हर जसुआ। पन्ना 206। किताब ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ ਤੀਜਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।